ਪੋਲਿਊਸ਼ਨ ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿੰਦਾ ਤੇ ਹੁਣ ਸਾਇੰਟਿਸਟ ਉਹਨਾਂ ਨੂੰ ਇੱਕ ਬਹੁਤ ਗੰਭੀਰ ਪ੍ਰਦੂਸ਼ਣ ਦਾ ਪਤਾ ਲੱਗਿਆ ਆ। ਮਾਈਕਰੋ ਪਲਾਸਟਿਕ ਐਟਲਾਂਟਿਕ ਸਨੋ ਦੇ ਵਿੱਚੋਂ ਮਿਲੀ ਆ। ਹੁਣ ਬਿਲਕੁਲ ਇੱਕ ਅਰਥ ਦੇ ਪੋਲ ਦੇ ਉੱਤੇ ਸਿਰੇ ਦੇ ਜਾ ਕੇ ਉੱਥੋਂ ਦੀ ਬਰਫ਼ ਦੇ ਵਿੱਚੋਂ ਮਾਈਕਰੋ ਪਲਾਸਟਿਕ ਮਿਲਣੀ ਜਿੱਥੇ ਆਸ ਹੀ ਨਹੀਂ ਕੋਈ ਹੋ ਸਕਦੀ। ਬਹੁਤ ਖਤਰਨਾਕ ਗੱਲ ਦੱਸੀ ਜਾ ਰਹੀ ਹੈ ਕਿ ਇਹਦਾ ਮਤਲਬ ਇਹ ਆ ਕਿ ਅਸੀਂ ਇਸ ਹੱਦ ਤੱਕ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਚੁੱਕੇ ਹਾਂ ਕਿ ਜਿਹੜੀ ਬਹੁਤ ਬਰੀਕ ਪਲਾਸਟਿਕ ਆ। ਪਲਾਸਟਿਕ ਬਾਰੇ ਤੁਸੀਂ ਜਾਣਦੇ ਹੋ ਕਿ ਹਜ਼ਾਰਾਂ ਸਾਲ ਇਹ ਧਰਤੀ ਦੇ ਵਿੱਚ ਜਾਂ ਜਿੱਥੇ ਕਿਤੇ ਪਾਣੀ ਦੇ ਵਿੱਚ ਹਵਾ ਦੇ ਵਿੱਚ ਪਈ ਰਹੇ ਖਤਮ ਨਹੀਂ ਹੁੰਦੀ। ਜਿੱਦਾਂ ਕੋਈ ਪੱਤੇ ਆ, ਕੋਈ ਕਾਗਜ਼ ਆ, ਉਹ ਗਲ ਜਾਂਦਾ ਥੋੜ੍ਹੇ ਚਿਰ ਬਾਅਦ, ਕੋਈ 1 ਦਿਨ ਬਾਅਦ, ਕੋਈ 2 ਦਿਨ ਬਾਅਦ, ਕੋਈ 6 ਮਹੀਨੇ ਬਾਅਦ। ਜਿਹੜੀ ਪਲਾਸਟਿਕ ਆ ਇਹ ਕਈ ਹਜ਼ਾਰਾਂ ਸਾਲ ਨਹੀਂ ਗਲਦੀ ਤੇ ਬਿਲੀਅਨ ਆਫ ਟਨਸ ਦੇ ਵਿੱਚ ਪਲਾਸਟਿਕ ਇਸ ਵੇਲੇ ਦੁਨੀਆ ਦੇ ਵਿੱਚੋਂ ਬਾਹਰ ਨਿਕਲ ਰਹੀ ਹੈ। ਅੱਜ ਦੀ ਖੋਜ ਇਹ ਦੱਸਦੀ ਆ ਕਿ ਅੰਟਾਰਕਟਿਕ ਦੇ ਵਿੱਚ ਸਨੋ ਦੇ ਵਿੱਚ ਇਹ ਪਹਿਲੀ ਵਾਰ ਇਸ ਸਟੱਡੀ ਦੇ ਵਿੱਚੋਂ ਸਾਹਮਣੇ ਆਇਆ ਕਿ ਪਲਾਸਟਿਕ ਪੋਲਿਊਸ਼ਨ ਦੀ ਗਿਣਤੀ ਪੂਰੇ ਵਿਸ਼ਵ ਦੇ ਵਿੱਚ ਕਿੰਨੀ ਵੱਧ ਚੁੱਕੀ ਆ। ਯੂਨੀਵਰਸਿਟੀ ਆਫ ਕੈਂਟਬਰੀ ਨਿਊਜ਼ੀਲੈਂਡ ਦੇ ਵਿੱਚ ਇੱਕ ਸਨੋ ਸੈਂਪਲ ਕਲੈਕਟ ਕੀਤਾ ਉਹਨਾਂ ਨੇ 19 ਥਾਵਾਂ ਦੇ ਉੱਤੋਂ ਅੰਟਾਰਕਟਿਕਾ ਦੇ ਵਿੱਚੋਂ, ਜਿਹਦੇ ਵਿੱਚ ਬਹੁਤ ਛੋਟੇ ਛੋਟੇ ਪਲਾਸਟਿਕ ਦੇ ਤੱਤ, ਪਲਾਸਟਿਕ ਦੇ ਪਾਰਟੀਕਲ ਮਿਲੇ ਆ। ਜਿਹੜਾ ਨਵਾਂ ਪੀਅਰ ਰਿਵਿਊ ਕੀਤਾ ਗਿਆ ਪੇਪਰ ਪਬਲਿਸ਼ ਹੋਇਆ ਇਸ ਹਫ਼ਤੇ ਜਿਹੜੀ ਜਰਨਲ ਕ੍ਰਾਇਓਸਫੀਅਰ ਦੇ ਵਿੱਚ। ਜਰਨਲ ਕ੍ਰਾਇਓਸਫੀਅਰ ਦੇ ਵਿੱਚ ਇਹ ਖੋਜ ਜਿਹੜੀ ਪਬਲਿਸ਼ ਕੀਤੀ ਗਈ ਆ ਤੇ ਇਸ ਰਿਸਰਚਸ ਦੇ ਵਿੱਚੋਂ ਇਹ ਗੱਲਬਾਤ ਸਾਹਮਣੇ ਆਈ ਆ ਕਿ ਐਵਰੇਜ 29 ਮਾਈਕਰੋ ਪਲਾਸਟਿਕ ਪਾਰਟੀਕਲ 1 ਲੀਟਰ ਮੈਲਟਡ ਸਨੋ ਦੇ ਵਿੱਚ ਪਏ ਆ। ਕਿ ਉੱਥੋਂ ਲੈ ਕੇ ਸਨੋ ਨੂੰ ਮੈਲਟ ਕਰ ਲਿਆ ਜਾਵੇ ਤਾਂ ਜਿਹੜੀ 1 ਲੀਟਰ ਮੈਲਟ ਹੁੰਦੀ ਸਨੋ ਦੇ ਵਿੱਚ 29 ਮਾਈਕਰੋ ਪਲਾਸਟਿਕ ਪਾਰਟੀਕਲ ਪਏ ਆ। 13 ਟਾਈਪ ਦੀ ਪਲਾਸਟਿਕ ਦੇ ਵਿੱਚ ਆ ਔਰ 13 ਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜੀ ਕਾਮਨ ਪਲਾਸਟਿਕ ਆ ਪੋਲੀਐਥਾਈਲੀਨ ਟੈਰਾਫਥੈਲੇਟ, PET ਨੂੰ ਕਹਿੰਦੇ ਆ, ਪੋਲੀਐਥਾਈਲੀਨ ਪੈਰਾਥੈਲੇਟ। ਇਹ ਪਲਾਸਟਿਕ ਸਭ ਤੋਂ ਜ਼ਿਆਦਾ ਪਾਈ ਜਾ ਰਹੀ ਆ ਔਰ ਇਹ ਪਲਾਸਟਿਕ ਪੈਦਾ ਉਦੋਂ ਹੁੰਦੀ ਆ ਜਦੋਂ ਕੱਪੜੇ ਬਣਦੇ ਆ। ਬਹੁਤ ਸਾਰੇ ਕੱਪੜੇ ਜਾਂ ਜਿਹੜੀਆਂ ਸੋਡਾ ਬੋਟਲ ਬਣਦੀਆਂ ਇਹਨਾਂ ਦੇ ਵਿੱਚ ਇਹ ਪਲਾਸਟਿਕ ਦੀ ਯੂਜੇਜ ਹੁੰਦੀ ਆ ਤੇ ਉਹਦੇ ਤੋਂ ਬਾਅਦ ਜਦੋਂ ਅਸੀਂ ਸਿੱਟ ਦਿੰਦੇ ਇਹਨਾਂ ਚੀਜ਼ਾਂ ਨੂੰ ਜਾਂ ਇਹਨੂੰ ਡੀਗ੍ਰੇਡ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉਸ ਵੇਲੇ ਇਹ ਸਾਹਮਣੇ ਆਉਂਦੀ ਆ। ਇੱਕ PhD ਸਟੂਡੈਂਟ ਐਲੈਕਸ ਏਬਸ ਜਦੋਂ ਅੰਟਾਰਕਟਿਕਾ ਦੇ ਵਿੱਚ ਸੈਂਪਲ ਕਲੈਕਟ ਕਰਨ ਦੇ ਲਈ ਗਏ ਤਾਂ ਉਹਨਾਂ ਨੂੰ ਆਸ ਸੀਗੀ ਵੀ ਇੱਥੇ ਅੰਟਾਰਕਟਿਕਾ ਦੇ ਵਿੱਚੋਂ ਨਹੀਂ ਇਹ ਪਲਾਸਟਿਕ ਮਿਲਣੀ, ਪਰ ਹੁਣ ਹੈਰਾਨੀ ਇਹ ਹੋ ਰਹੀ ਆ ਕਿ ਉਸ ਥਾਂ 'ਤੇ ਜਿੱਥੇ ਸੋਚਿਆ ਨਹੀਂ ਸੀ ਉੱਥੋਂ ਵੀ ਪਲਾਸਟਿਕ ਮਿਲ ਰਹੀ ਹੈ। ਇਹ ਪਲਾਸਟਿਕ ਦੇ ਪਾਰਟੀਕਲ ਕੋਈ ਇੱਦਾਂ ਨਹੀਂ ਕਿ ਬਹੁਤ ਵੱਡੀ ਪਲਾਸਟਿਕ ਪਈ ਆ। ਇਹ ਪਲਾਸਟਿਕ ਦੇ ਪਾਰਟੀਕਲ ਬਹੁਤ ਬਰੀਕ ਨੇ ਜਿਹੜੇ ਨੰਗੀ ਅੱਖ ਦੇ ਨਾਲ ਵੀ ਨਜ਼ਰ ਨਹੀਂ ਆਉਂਦੇ ਔਰ ਇੱਥੇ ਤੱਕ ਕਿਹਾ ਜਾ ਰਿਹਾ ਕਿ ਏਅਰ ਬੋਰਨਿੰਗ ਮਾਈਕਰੋ ਪਲਾਸਟਿਕਸ ਵੀ ਹੈਗੇ ਆ ਵੀ ਜਿਹੜੀ ਹਵਾ ਦੇ ਵਿੱਚ ਵੀ ਫੈਲ ਰਹੀ ਆ ਤੇ ਜਿਹੜੀ ਸਾਨੂੰ ਦਿਸ ਨਹੀਂ ਰਹੀ। ਇਹ ਪਲਾਸਟਿਕ ਇੰਨੀ ਜ਼ਿਆਦਾ ਹੋ ਗਈ ਆ। ਜਿਹੜੀ ਮਾਈਨਸਕੂਲੇਟ ਪਲਾਸਟਿਕ ਪਾਰਟੀਕਲਸ ਆ ਉਹ ਇਸ ਆਰਟੀਫਿਸ਼ੀਅਲ ਕਲੋਥਿੰਗ ਫਾਈਬਰ ਦੇ ਵਿੱਚ ਜਦੋਂ ਉਹਨੂੰ ਬ੍ਰੋਕ ਡਾਊਨ ਕੀਤਾ ਜਾਂਦਾ ਉਹਦੇ ਵਿੱਚੋਂ ਨਿਕਲਦੀ ਆ। ਬਹੁਤ ਛੋਟੀ ਹੁੰਦੀ ਆ, ਮਤਲਬ ਚੌਲਾਂ ਦੇ ਦਾਣੇ ਤੋਂ ਵੀ ਛੋਟੇ ਪਾਰਟੀਕਲ ਇਹਦੇ ਹੁੰਦੇ ਆ ਔਰ ਡੂੰਘੇ ਸਮੁੰਦਰਾਂ ਦੇ ਵਿੱਚ, ਜਿਹੜੀ ਦੁਨੀਆ ਦੀ ਸਭ ਤੋਂ ਉੱਚੀ ਪਹਾੜੀ ਆ ਮਾਊਂਟ ਐਵਰੈਸਟ ਦੇ ਵਿੱਚ, ਇਹ ਹਰ ਜਗ੍ਹਾ ਪਹੁੰਚ ਚੁੱਕੀ ਆ। ਬਿਲੀਅਨਸ ਆਫ ਪਾਊਂਡਸ ਆਫ ਪਲਾਸਟਿਕ ਜਿਹੜੀ ਵੇਸਟ ਆ ਹਰ ਸਾਲ ਬਾਹਰ ਸਿੱਟਿਆ ਜਾਂਦਾ ਤੇ ਲੋਕ ਇਹਨੂੰ ਇੰਜੈਸਟ ਕਰਦੇ ਆ, ਪਾਣੀ ਦੇ ਜ਼ਰੀਏ ਵੀ, ਫੂਡ ਦੇ ਜ਼ਰੀਏ ਵੀ। ਦੂਜੀ ਗੱਲ ਇੱਕ ਥਾਂ 'ਤੇ ਨਹੀਂ ਰਹਿੰਦੀ ਔਰ ਅਮਰੀਕਾ ਜਿਹੜੀ ਇਹ ਪਲਾਸਟਿਕ ਵੇਸਟ ਆ ਇਹਦੇ ਵਿੱਚ ਟੌਪ ਕੰਟਰੀਬਿਊਟਰ, ਮਤਲਬ ਸਭ ਤੋਂ ਵੱਧ ਪਲਾਸਟਿਕ ਦੁਨੀਆ ਦੇ ਵਿੱਚ ਅਮਰੀਕਾ ਛੱਡ ਰਿਹਾ ਇਸ ਵੇਲੇ। ਇਸ ਰਿਸਰਚ ਤੋਂ ਪਹਿਲਾਂ ਜਿਹੜੇ ਟਾਈਨੀ ਪਾਰਟੀਕਲ ਸੀਗੇ ਉਹ ਬਹੁਤ ਸਾਰੇ ਥਾਵਾਂ ਦੇ ਉੱਤੇ ਨਿਊਜ਼ੀਲੈਂਡ ਦੇ ਵਿੱਚ ਪਾਏ ਗਏ ਸੀ। ਬਹੁਤ ਸਾਰਾ ਜਿਹੜਾ ਓਰੀਜਨ ਹੈ ਇਹਦਾ ਏਅਰਬੋਰਨ ਮਾਈਕਰੋ ਪਲਾਸਟਿਕ ਦਾ ਦੱਸਿਆ ਜਾ ਰਿਹਾ ਕਿ ਲੋਕਲ ਰਿਸਰਚਸ ਦੱਸ ਰਹੀਆਂ ਕਲੋਦਨ ਦੂਜੇ ਇਕਵਿਪਮੈਂਟ ਜਾਂ ਉਹਨਾਂ ਦੇ ਵਿੱਚੋਂ ਬਾਹਰ ਜਾਂਦਾ ਆ ਤਾਂ ਇਹ ਪਲਾਸਟਿਕ ਜੇਕਰ ਇੱਕ ਥਾਂ ਦੇ ਉੱਤੇ ਪੈਦਾ ਹੋ ਰਹੀ ਆ ਜਾਂ ਇੱਕ ਥਾਂ ਦੇ ਉੱਤੇ ਬਣ ਰਹੀ ਆ ਉਹਦੇ ਤੋਂ ਬਹੁਤ ਦੂਰ ਤੱਕ ਚਲੇ ਜਾਂਦੀ ਆ ਹਵਾ ਦੇ ਵਿੱਚ ਆਪਣੇ ਆਪ ਹੀ। ਔਰ ਇੱਥੇ ਤੱਕ ਦੱਸਿਆ ਜਾ ਰਿਹਾ ਕਿ 3700 ਮਾਈਲ ਦੂਰ ਵੀ ਜਿਹੜੀ ਆ ਇਹ ਮਿਲਦੀ ਆ ਜਿੱਥੋਂ ਇਹ ਪੈਦਾ ਹੋਈ ਹੁੰਦੀ ਆ। ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਕਿ ਇਹ ਸਾਡੇ ਈਕੋਸਿਸਟਮ ਦੇ ਲਈ ਕਿੱਡੀ ਵੱਡੀ ਸਮੱਸਿਆ ਔਰ ਇਹੀ ਜ਼ਿੰਮੇਵਾਰ ਆ ਜਿਹੜੀਆਂ ਬਹੁਤ ਸਾਰੀਆਂ ਬਿਮਾਰੀਆਂ ਸਾਨੂੰ ਲੱਗ ਰਹੀਆਂ ਆ ਜਾਂ ਜਿਹੜੀਆਂ ਪਹਿਲਾਂ ਬਿਮਾਰੀਆਂ ਨਹੀਂ ਸੀਗੀਆਂ। ਮਾਈਕਰੋ ਪਲਾਸਟਿਕ ਫਰੈਸ਼ ਅੰਟਾਰਕਟਿਕ ਸਨੋ ਦੇ ਵਿੱਚ ਇਹਦਾ ਐਕਸਟੈਂਟ, ਇੱਥੇ ਤੱਕ ਕਿ ਪੋਲਿਊਸ਼ਨ ਫੈਲ ਜਾਣਾ, ਇਹ ਦੱਸਦਾ ਆ ਕਿ ਇਹ ਸਮੱਸਿਆ ਕਿੰਨੀ ਜ਼ਿਆਦਾ ਗੰਭੀਰ ਸਾਡੇ ਸਾਹਮਣੇ ਹੋਈ ਆ ਤੇ ਹੁਣ ਵਿਗਿਆਨੀ ਇਸ ਗੱਲ ਬਾਰੇ ਸੋਚ ਰਹੇ ਆ ਕਿ ਇਹਨੂੰ ਰੋਕਣ ਦੇ ਲਈ ਕੀ ਕੀਤਾ ਜਾਣਾ, ਕਿਉਂਕਿ ਇਹਦਾ ਕੁਝ ਵੀ ਨਹੀਂ ਕਰ ਸਕਦੇ। ਤੁਸੀਂ ਇਹਨੂੰ ਅੱਗ 'ਚ ਸਾੜ ਦਿਓਗੇ ਤਾਂ ਉਹ ਜਿਹੜੇ ਹਾਰਮਫੁਲ ਕੈਮੀਕਲਸ ਨੇ ਉਸ ਅੱਗ ਦੇ ਵਿੱਚ ਜਿਹੜਾ ਧੂੰਆਂ ਨਿਕਲਦਾ ਉਹ ਖਤਰਨਾਕ ਆ। ਇਹਨੂੰ ਕਿਤੇ ਸੁੱਟ ਦਿਓਗੇ, ਸੁੱਟਣ ਤੋਂ ਬਾਅਦ ਇਹ ਕਈ ਹਜ਼ਾਰਾਂ ਸਾਲ ਗਲਦੀ ਨਹੀਂ ਆ। ਸਮੁੰਦਰ ਦੀ ਜਿਹੜੀ ਸਭ ਤੋਂ ਹੇਠਲੀ ਤਹਿ ਆ ਉੱਥੇ ਤੱਕ ਵੀ ਸਤ੍ਹਾ ਦੇ ਉੱਤੇ ਵੀ ਪਹੁੰਚ ਗਈ ਆ, ਮਾਊਂਟ ਐਵਰੈਸਟ ਦੇ ਉੱਤੇ ਵੀ ਪਹੁੰਚ ਗਈ ਆ ਤੇ ਹੁਣ ਅੰਟਾਰਕਟਿਕ ਫਰੈਸ਼ ਸਨੋ ਦੇ ਵਿੱਚ ਵੀ ਇਹਦੇ ਪਾਰਟੀਕਲ ਪਾਏ ਜਾ ਰਹੇ ਆ ਜਿਹੜੇ ਦੁਨੀਆ ਲਈ ਇੱਕ ਬਹੁਤ ਵੱਡਾ
ਖਤਰਾ ਇਸ ਵੇਲੇ ਬਣਿਆ ਹੋਇਆ। रूस ਤੇ ਯੂਕਰੇਨ ਦਾ ਯੁੱਧ, रूस ਤੇ ਯੂਕਰੇਨ ਦਾ ਯੁੱਧ ਲਗਾਤਾਰ ਚੱਲ ਰਿਹਾ ਆ, 3 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ। ਅੱਜ रूस ਦੇ ਰਾਸ਼ਟਰਪਤੀ ਵਲਾਦੀਮੀਰ ਪੁਤਨ ਨੇ, ਜਿਹੜੇ ਕਿ ਆਪਣੇ ਆਪ ਨੂੰ ਮਤਲਬ ਇੱਕ ਬਹੁਤ ਉੱਥੋਂ ਦੇ ਰਾਖੇ ਕਹਿੰਦੇ ਆ, ਉਹਨਾਂ ਨੇ ਇੱਕ ਨੈਸ਼ਨਲਿਸਟਿਕ ਸੈਂਟੀਮੈਂਟਸ ਨੂੰ ਪ੍ਰਭਾਵਿਤ ਕਰਨ ਦੇ ਲਈ ਆਪਣਾ ਮੁਕਾਬਲਾ ਕੀਤਾ ਪੀਟਰ ਦਾ ਗ੍ਰੇਟ ਨਾਲ। रूस ਦੇ ਇਤਿਹਾਸ ਦੇ ਵਿੱਚ ਪੀਟਰ ਦਾ ਗ੍ਰੇਟ ਦਾ ਬਹੁਤ ਵੱਡਾ ਨਾਂ ਆ। ਇੱਕ ਉਹ ਬਾਦਸ਼ਾਹ, ਇੱਕ ਉਹ ਅੰਪਾਇਰਰ ਜਿਹਨੇ ਰਸ਼ੀਅਨ ਟੈਰੀਟਰੀ ਨੂੰ 18ਵੀਂ ਸਦੀ ਦੇ ਵਿੱਚ ਜਿਹੜੇ ਉੱਥੇ ਕਨਫਲਿਕਟ ਸੀਗਾ ਉਹਦੇ ਵਿੱਚ ਫੈਲਾਇਆ, ਅਤੇ ਉਹਦੇ ਤੋਂ ਬਾਅਦ ਫਿਰ ਦੇਸ਼ ਦੇ ਲਈ ਬਹੁਤ ਕੁਛ ਕੀਤਾ। ਅਤੇ ਉਸੇ ਤਰ੍ਹਾਂ ਅੱਜ ਜਿਹੜੇ ਇਹ ਅਮਰੀਕਾ ਰਾਸ਼ਟਰਪਤੀ ਵਲਾਦੀਮੀਰ ਪੁਤਨ ਨੇ, ਉਹ ਕਹਿ ਰਹੇ ਨੇ ਕਿ ਜਿਸ ਤਰ੍ਹਾਂ ਅੱਜ ਤੋਂ ਕਈ ਸੌ ਸਾਲ ਪਹਿਲਾਂ ਜਿਹੜਾ ਪੀਟਰ ਦਾ ਗ੍ਰੇਟ ਸੀਗਾ, ਉਹਨੇ ਆਪਣੇ ਦੇਸ਼ ਦੇ ਲਈ ਕੰਮ ਕੀਤਾ, ਜਿੱਦਾਂ ਦੁਨੀਆ ਉਹਦੇ ਵਿਰੁੱਧ ਹੋਈ ਸੀ, ਅਤੇ ਅੱਜ ਜਿਹੜੇ ਸੇਂਟ ਪੀਟਰਸਬਰਗ ਵਰਗੇ ਸ਼ਹਿਰ ਆ ਉਹ ਸਾਡੇ ਆਪਣੇ ਆ, ਅਤੇ ਉਦੋਂ ਲੋਕ ਯਕੀਨ ਨਹੀਂ ਸੀ ਕਰਦੇ ਵੀ ਇਹ ਇਲਾਕਾ ਇਹਨਾਂ ਦਾ ਹੋਊਗਾ। ਸਵੀਡਿਸ਼ ਦੇ ਨਾਲ ਉਹਨਾਂ ਦੀ ਲੜਾਈ ਹੋਈ ਸੀ। ਇਸੇ ਤਰ੍ਹਾਂ ਹੀ ਉਹ ਕਹਿੰਦੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇਹ ਕਹਿਣਗੇ ਕਿ ਯੂਕਰੇਨ ਦਾ ਇਲਾਕਾ, ਜਿਹਨੂੰ ਅੱਜ ਪੂਰਾ ਯੂਰਪ ਸਮੇਤ ਅਮਰੀਕਾ ਨੈਟੋ ਮੰਨਣ ਨੂੰ ਤਿਆਰ ਨਹੀਂ ਕਿ ਰੂਸ ਦਾ ਇਲਾਕਾ ਆ, ਉਹ ਕਹਿੰਦੇ ਜਦੋਂ ਮੈਂ ਪੀਟਰ ਦਾ ਗ੍ਰੇਟ ਵਾਂਗੂ ਕੰਮ ਕੀਤਾ ਅਤੇ ਇਹਨਾਂ ਸਾਰੇ ਇਲਾਕਿਆਂ ਨੂੰ ਆਪਣੇ ਕਾਬੂ ਦੇ ਵਿੱਚ ਕਰ ਲਿਆ, ਉਸ ਵੇਲੇ ਲੋਕ ਜਿਹੜੇ ਆ ਬਾਅਦ ਦੇ ਵਿੱਚ ਕਿਸੇ ਇਤਿਹਾਸ ਦੇ ਵਿੱਚ ਜਾ ਕੇ ਫਿਰ ਕਈ ਸੌ ਸਾਲ ਬਾਅਦ ਯਕੀਨ ਕਰਨਗੇ ਕਿ ਜੋ ਕੁਛ ਇਹ ਹੈਗਾ ਆ ਇਹ ਸਹੀ ਸੀ, ਵਲਾਦੀਮੀਰ ਪੁਤਨ ਨੇ ਸਹੀ ਕੀਤਾ। 350ਵੀਂ ਐਨੀਵਰਸਰੀ ਸੀ ਪੀਟਰਸ ਦੇ ਜਨਮ ਦਿਨ ਦੀ। ਵਲਾਦੀਮੀਰ ਪੁਤਨ ਨੇ ਇਹ ਜਿਹੜੇ ਲਿੰਕ ਸੀਗੇ, ਇਹ ਜਿਹੜਾ ਉਹਨਾਂ ਨੇ ਇਨਵੇਡ ਕੀਤਾ ਯੂਕਰੇਨ ਦੇ ਵਿੱਚ, ਇਹਨੂੰ ਰਸ਼ੀਆ ਦੇ ਉਸ ਇੰਪੀਰੀਅਲ ਜਿਹੜਾ ਇਤਿਹਾਸ ਸੀ ਉਹਦੇ ਨਾਲ ਜੋੜ ਕੇ ਦੱਸਿਆ। ਪੁਤਨ ਜਿਹਨਾਂ ਦਾ ਕਿ ਹੋਮ ਟਾਊਨ ਆ ਸੇਂਟ ਪੀਟਰਸਬਰਗ, ਉੱਥੇ ਕਿ ਜਿਹਦਾ ਕਿ ਜ਼ਾਰ ਦਾ ਨਾਂ ਆ, ਅਤੇ ਉਹਨਾਂ ਨੇ ਕਿਹਾ ਕਿ ਸਾਰੀ ਬਿਲਡਿੰਗ ਇਹ ਸੁਜੈਸਟ ਕਰਦੀ ਹੈ ਕਿ ਕਿਸੇ ਵੇਲੇ ਇਹਨਾਂ ਨੇ ਇਹ ਇੱਕ ਦਿਨ ਆਪਣੇ ਕੋਲ ਲਿਆ ਸੀ ਜਦੋਂ ਇਹ ਰਸ਼ੀਆ ਦੇ ਨਾਲ ਇਹਦਾ ਸੰਬੰਧ ਨਹੀਂ ਸੀਗਾ, ਕਿ ਇਸ ਤਰੀਕੇ ਨਾਲ ਪੀਟਰ ਨੇ ਆਪਣਾ ਜਿਹੜਾ ਉਹਨੂੰ ਸਲਤਨਤ ਨੂੰ ਵੱਡਾ ਕੀਤਾ, ਰਸ਼ੀਆ ਨੂੰ ਇੱਕ ਬਹੁਤ ਵੱਡੇ ਅੰਪਾਇਰ ਦੇ ਵਿੱਚ ਬਦਲਿਆ, ਅਤੇ ਆਪਣੇ ਆਪ ਨੂੰ ਫਿਰ ਇੱਕ ਉਸ ਸਲਤਨਤ ਦਾ ਰਾਜਾ ਬਾਦਸ਼ਾਹ ਡਿਕਲੇਅਰ ਕੀਤਾ। 18ਵੀਂ ਸਦੀ ਦੇ ਵਿੱਚ ਜਦੋਂ ਗ੍ਰੇਟ ਨਾਰਦਰਨ ਵਾਰ ਹੁੰਦੀ ਆ, 2 ਦਹਾਕੇ ਤੋਂ ਜ਼ਿਆਦਾ ਕਨਫਲਿਕਟ ਚੱਲਦਾ ਇਹਨਾਂ ਦਾ ਸਵੀਡਿਸ਼ ਅੰਪਾਇਰ ਦੇ ਨਾਲ ਰੂਸ ਦਾ, ਅਤੇ ਕਿਸ ਤਰੀਕੇ ਨਾਲ ਰਸ਼ੀਆ ਜਿਹੜਾ ਜੇਤੂ ਹੋ ਕੇ ਉੱਥੋਂ ਨਿਕਲਦਾ ਆ ਅਤੇ ਬੈਲਟਿਕਸ ਅਤੇ ਹੋਰ ਸਾਰੀਆਂ ਚੀਜ਼ਾਂ ਨੂੰ ਉਹ ਟੇਕ ਓਵਰ ਕਰਦਾ ਆ, ਉਸ ਵੇਲੇ ਉਹ ਕਹਿੰਦੇ ਇਹ ਸਵਾਲ ਉੱਠਦਾ ਕਿ ਉਸ ਵੇਲੇ ਉਹ ਕੀ ਕਰ ਰਿਹਾ ਸੀ, ਪੀਟਰ ਦਾ ਗ੍ਰੇਟ ਕੀ ਕਰ ਰਿਹਾ ਸੀ। ਉਹਨਾਂ ਨੇ ਸਿੱਧਾ ਪੱਤਰਕਾਰਾਂ ਨੂੰ ਸਵਾਲ ਕੀਤਾ, ਕਹਿੰਦੇ ਜਦੋਂ ਅਸੀਂ ਦੇਖਦੇ ਹਾਂ ਤਾਂ ਉਹ ਸਿੱਧਾ ਹੀ ਰੀਇਨਫੋਰਸ ਕਰ ਰਿਹਾ ਸੀਗਾ, ਇਹ ਸੀ ਜੋ ਉਹਨੇ ਕੀਤਾ, ਅਤੇ ਇਹ ਆ ਕਿ ਜੋ ਅਸੀਂ ਕਰ ਰਹੇ ਹਾਂ। ਸੋ ਇਸ ਦਿਨ ਦੇ ਉੱਤੇ ਜਿੱਥੇ ਉਹਨਾਂ ਨੇ ਪੀਟਰ ਦਾ ਗ੍ਰੇਟ ਦਾ ਨਾਂ ਲੈ ਕੇ ਲੋਕਾਂ ਦੇ ਰਾਸ਼ਟਰੀ ਜਿਹੜੇ ਉਹਨਾਂ ਦੇ ਸੈਂਟੀਮੈਂਟਸ ਆ ਉਹਨਾਂ ਨੂੰ ਆਪਣੇ ਹੱਕ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਆ, ਉੱਥੇ ਲੋਕਾਂ ਨੂੰ ਉਹਨਾਂ ਨੇ ਜਿਹੜਾ ਮੋਟੀਵੇਟ ਵੀ ਕੀਤਾ ਕਿ ਅਸੀਂ ਜੋ ਕਰ ਰਹੇ ਹਾਂ ਸਹੀ ਕਰ ਰਹੇ ਹਾਂ। ਇਹ ਵੀ ਦੱਸ ਦਿੱਤਾ ਕਿ ਅਸੀਂ ਕਿਸੇ ਤੋਂ ਡਰਦੇ ਨਹੀਂ ਹਾਂ, ਭਾਵੇਂ ਯੂਰਪ ਤੇ ਸਾਰਿਆਂ ਨੇ ਸਾਡੇ ਉੱਤੇ ਪਾਬੰਦੀਆਂ ਲਾਈਆਂ ਆ, ਇੱਕ ਦਿਨ ਇਹ ਪਛਤਾਉਣਗੇ। ਅੱਜ ਸਾਡੇ ਉੱਤੇ ਪਾਬੰਦੀਆਂ ਲਾ ਰਹੇ ਆ, ਉਸੇ ਤਰ੍ਹਾਂ ਹੀ ਇਹ ਸਾਡੇ ਨਾਲ ਜਿਹੜਾ ਡੀਲ ਨਹੀਂ ਕਰ ਰਹੇ। ਉਹਨਾਂ ਨੇ ਖਾਸ ਤੌਰ ਦੇ ਉੱਤੇ ਕਿਹਾ ਕਿ ਰਫਲੀ 1000 ਇੰਟਰਨੈਸ਼ਨਲ ਕੰਪਨੀਆਂ ਜਿਨ੍ਹਾਂ ਨੇ ਰੂਸ ਦੇ ਵਿੱਚੋਂ ਆਪਣਾ ਸਾਰਾ ਕੁਝ ਵਿਦਡਰਾ ਕਰ ਲਿਆ, ਉੱਥੇ ਕੰਮ ਕਰਨਾ ਬੰਦ ਕਰ ਦਿੱਤਾ ਜਦੋਂ ਦਾ ਫਰਵਰੀ ਦੇ ਵਿੱਚ ਇਹਨਾਂ ਨੇ ਇਨਵੇਡ ਕੀਤਾ ਯੂਕਰੇਨ ਦੇ ਵਿੱਚ। ਵਲਾਦੀਮੀਰ ਪੁਤਨ ਕਹਿੰਦੇ ਕਿ 1000 ਦੀ 1000 ਇਹ ਕੰਪਨੀ ਪਛਤਾਊਗੀ ਇੱਕ ਦਿਨ ਕਿ ਅਸੀਂ ਰੂਸ ਦੇ ਨਾਲੋਂ ਆਪਣਾ ਨਾਤਾ ਕਿਉਂ ਤੋੜਿਆ। ਇਹ ਵੀ ਉਹਨਾਂ ਨੇ ਸੁਜੈਸਟ ਕੀਤਾ ਕਿ ਜਿਹੜਾ ਜਿਹੜੇ ਸਾਡੇ ਐਨਰਜੀ ਐਕਸਪੋਰਟ ਆ ਇਹਦੇ ਉੱਤੇ ਵੀ ਇਹਨਾਂ ਨੂੰ ਦੇਖਣਾ ਪਊਗਾ ਕਿ ਕਿਸ ਤਰੀਕੇ ਨਾਲ ਇਹਨਾਂ ਨੇ ਡਿਪੈਂਡੈਂਟ ਰਹਿਣਾ। ਕਿਉਂਕਿ ਤੁਹਾਨੂੰ ਪਤਾ ਆ ਕਿ ਇੱਕ ਦੇਸ਼ ਦੇ ਆਲੇ ਦੁਆਲੇ ਜੇ ਤੁਸੀਂ ਫੈਂਸ ਕ੍ਰੀਏਟ ਕਰਨੀ ਚਾਹੁੰਦੇ ਆ ਤਾਂ ਇਹ ਲਗਭਗ ਅਸੰਭਵ ਆ। ਗੱਲ ਬੜੀ ਸਿੱਧੀ ਆ ਕਿ ਉਹ ਆਪਣੇ ਸਟੈਂਡ ਦੇ ਉੱਤੇ ਦ੍ਰਿੜ ਨੇ, ਪੁਰਾਣੇ ਇਤਿਹਾਸ ਦੇ ਵਿੱਚੋਂ ਉਦਾਹਰਨਾਂ ਦੇ ਕੇ ਸਿੱਧੀ ਉਹ ਗੱਲ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਕਿ ਜੋ ਸਾਡੇ ਪੁਰਖਿਆਂ ਨੇ ਕੀਤਾ ਉਸੇ ਤਰ੍ਹਾਂ ਅਸੀਂ ਕਰ ਰਹੇ ਹਾਂ। ਇੱਥੇ ਇਸ ਜੰਗ ਦੇ ਵਿੱਚ ਯੂਕਰੇਨ ਦੀ ਮਦਦ ਦੇ ਲਈ ਜਿਹੜੇ 3 ਲੋਕ ਗਏ ਸੀ, ਰੂਸ ਦੀ ਇੱਕ ਅਦਾਲਤ ਨੇ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਆ। ਯੂਕਰੇਨ ਨੇ ਰੂਸ ਦੇ ਜਿਹੜੇ ਸਮਰਥਿਤ ਡੋਨਬਾਸ ਇਲਾਕੇ ਦੇ ਵਿੱਚ ਅਦਾਲਤ ਨੇ ਫੈਸਲਾ ਹੋਇਆ, ਹਾਲਾਂਕਿ ਜਿਸ ਅਦਾਲਤ ਨੇ ਸਜ਼ਾ ਸੁਣਾਈ ਹੈ ਉਹਨੂੰ ਅੰਤਰਰਾਸ਼ਟਰੀ ਮਾਨਤਾ ਨਹੀਂ ਦਿੱਤੀ ਗਈ। ਬ੍ਰਿਟਨ ਤੇ ਯੂਕਰੇਨ ਨੇ ਇਹਨੂੰ ਅੰਤਰਰਾਸ਼ਟਰੀ ਕਾਨੂੰਨਾਂ ਦਾ ਉਲੰਘਣ ਕਿਹਾ ਆ। ਇਹ ਅਦਾਲਤ ਡੋਨੇਟਸਕ, ਜਿੱਥੇ ਜੰਗ ਦੀ ਸ਼ੁਰੂਆਤ ਤੋਂ ਪਹਿਲਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਨ ਨੇ ਜਿਹਨੂੰ ਆਜ਼ਾਦ ਘੋਸ਼ਿਤ ਕਰ ਦਿੱਤਾ ਸੀ, ਬ੍ਰਿਟਨ ਨੇ ਇਹਦੇ ਨਾਗਰਿਕ ਜਿਹੜੇ ਹੈਗੇ ਆ ਐਡਨ ਆਸਲਿਨ ਅਤੇ ਸ਼ਾਨ ਪਿਨਰ, ਉਹਨਾਂ ਦੇ ਨਾਲ ਮੋਰਕੋ 'ਚ ਰਹਿਣ ਵਾਲੇ ਜਿਹੜੇ ਹੈਗੇ ਆ ਸਦੂਨ ਦੇ ਉੱਤੇ ਜਿਹੜੇ ਮਤਲਬ ਉਹਨਾਂ ਦੇ ਆਰੋਪ ਲੱਗੇ ਸੀ ਕਿ ਉਹਨਾਂ ਨੇ ਪੇਸ਼ਾਵਰ ਕਤਲ ਕੀਤਾ ਆ। ਅਤੇ ਇਹਦੇ ਤੋਂ ਇਲਾਵਾ 3 ਹੋਰ ਜਿਹੜੀਆਂ ਅੱਤਵਾਦ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਕੋਈ ਰਿਹਾਈ ਦੀ ਕੋਸ਼ਿਸ਼ ਕੀਤੀ ਗਈ ਸੀ। ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਇਹਨਾਂ ਲੋਕਾਂ ਦੇ ਵਕੀਲਾਂ ਨੇ ਕਿਹਾ ਕਿ ਫੈਸਲੇ ਦੇ ਖਿਲਾਫ ਅਸੀਂ ਅਪੀਲ ਕਰਾਂਗੇ, ਪਰ ਮਾਮਲਾ ਹਜੇ ਉੱਥੇ ਆ।
ਸੋ ਇਸ ਵੇਲੇ ਵਲਾਦੀਮੀਰ ਪੁਤਿਨ ਦਾ ਆਪਣੇ ਆਪ ਨੂੰ ਉੱਥੋਂ ਦੇ ਮਹਾਨ ਰਾਜੇ ਪੀਟਰ ਦੇ ਨਾਲ ਉਹਦੀ ਤੁਲਨਾ ਕਰਨੀ, ਤੇ ਫਿਰ ਜਿਹੜੀ ਸੇਂਟ ਪੀਟਰਸਬਰਗ ਸ਼ਹਿਰ ਦੀ ਸਥਾਪਨਾ ਹੁੰਦੀ ਆ, ਫਿਰ ਉਹ ਰੂਸ ਦੀ ਰਾਜਧਾਨੀ ਬਣਦਾ ਆ। ਤੇ ਯੂਰਪ ਦੇ ਕਿਸੇ ਵੀ ਖੇਤਰ ਨੇ, ਕਿਸੇ ਵੀ ਏਰੀਏ ਨੇ ਸੇਂਟ ਪੀਟਰਸਬਰਗ ਨੂੰ ਤੇ ਪੀਟਰ ਦ ਗ੍ਰੇਟ ਨੂੰ ਮਾਨਤਾ ਨਹੀਂ ਦਿੱਤੀ ਸੀ, ਪਰ ਅੱਜ ਉਹ ਰੂਸ ਦਾ ਹਿੱਸਾ ਆ। ਵਲਾਦੀਮੀਰ ਪੁਤਿਨ ਕਹਿੰਦੇ ਆ ਕਿ ਬਿਲਕੁਲ ਇਸੇ ਤਰ੍ਹਾਂ ਕਿਸੇ ਵੇਲੇ ਜਿਹੜਾ ਯੂਕਰੇਨ ਆ, ਜਿਹਨੂੰ ਅਸੀਂ ਆਪਣਾ ਕਬਜ਼ੇ 'ਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਇਹ ਸਾਡਾ ਹਿੱਸਾ ਹੋਏਗਾ ਤੇ ਦੁਨੀਆ ਨੂੰ ਇਹਨੂੰ ਮਾਨਤਾ ਦੇਣੀ ਪਊਗੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।